ਵੈਲਕਮ ਡੀਅਰ ਸਟੂਡੈਂਟਸ ਇਨ ਟੂਡੇਜ਼ ਵੀਡੀਓ ਕਲਾਸ। ਹਾਂਜੀ ਬੇਟਾ, ਅੱਜ ਦੀ ਵੀਡੀਓ ਕਲਾਸ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਤੁਹਾਡਾ ਇੰਗਲਿਸ਼ ਸਬਜੈਕਟ ਦਾ ਸਿੰਪਲ ਪੇਪਰ ਨੰਬਰ 2 ਸੋਲਵ। ਓਕੇ, ਇਸ ਤੋਂ ਪਹਿਲਾਂ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਸਾਈਟ 'ਤੇ ਪਹਿਲਾਂ ਸਿੰਪਲ ਪੇਪਰ ਪਾਇਆ ਗਿਆ ਸੀ ਤੁਹਾਡੀ ਟਰਮ 1 ਲਈ, ਉਹ ਸੋਲਵ ਕੀਤਾ ਜਾ ਚੁੱਕਿਆ। ਉਸ ਪੇਪਰ ਨੂੰ ਵੀ ਧਿਆਨ ਨਾਲ ਦੇਖ ਲੈਣਾ, ਠੀਕ ਹੈ। ਐਂਡ ਸਕਰੀਨ 'ਤੇ ਉਹਦਾ ਤੁਹਾਨੂੰ ਲਿੰਕ ਮਿਲ ਜੂ ਅਤੇ ਉੱਪਰ ਆਈ ਬਟਨ 'ਤੇ ਵੀ ਮਿਲ ਜੂ, ਠੀਕ। ਸੋ ਅੱਜ ਆਪਾਂ ਸੈਕਿੰਡ ਜਿਹੜਾ ਸਿੰਪਲ ਪੇਪਰ ਆ ਉਹ ਸੋਲਵ ਕਰਾਂਗੇ ਅਤੇ ਇੱਕ ਅਵੇਲੇਬਲ ਹੋਰ ਆਪਣੇ ਕੋਲ। ਸੋ ਤਿੰਨੇ ਸਿੰਪਲ ਪੇਪਰ ਧਿਆਨ ਨਾਲ ਕਰ ਲੈਣੇ ਨੇ, ਬਹੁਤ ਸਾਰਾ ਪੇਪਰ ਇਹਨਾਂ ਦੇ ਵਿੱਚੋਂ ਹੀ ਆ ਜਾਊਗਾ ਬੇਟਾ। ਸੋ ਆਪਾਂ ਕਰਦੇ ਹਾਂ ਸ਼ੁਰੂ। ਧਿਆਨ ਨਾਲ ਸਾਰੇ ਪੇਪਰ ਨੂੰ ਸੁਣ ਲੈਣਾ, ਜਿਹੜੀ ਗੱਲ ਤੁਹਾਨੂੰ ਨੋਟ ਕਰਨ ਵਾਲੀ ਲੱਗਦੀ ਆ ਉਹ ਤੁਸੀਂ ਨੋਟ ਡਾਊਨ ਕਰ ਲੈਣੀ ਆ। ਹਾਂਜੀ ਬੇਟਾ, ਇਹ ਆ ਤੁਹਾਡਾ ਸਿੰਪਲ ਪੇਪਰ ਜਿਹਦੀ ਮੈਂ ਹੁਣ ਗੱਲ ਕਰ ਰਹੀ ਹਾਂ। ਸਾਰਿਆਂ ਨਾਲੋਂ ਪਹਿਲਾਂ ਰੀਡਿੰਗ ਸੈਕਸ਼ਨ ਆ। ਰੀਡਿੰਗ ਸੈਕਸ਼ਨ ਦੇ ਵਿੱਚ ਸਾਨੂੰ ਇੱਕ ਪੈਰਾਗ੍ਰਾਫ ਦਿੱਤਾ ਗਿਆ ਜਿਹਨੂੰ ਅਸੀਂ ਪੜ੍ਹਨਾ ਅਤੇ ਉਹਦੇ ਨਾਲ ਰਿਲੇਟਡ ਦੇਣੇ ਨੇ ਕੁਐਸ਼ਚਨਸ ਅਤੇ ਆਨਸਰ। ਸੋ ਆ ਜਾਓ ਆਪਾਂ ਪਹਿਲਾਂ ਪੈਰਾ ਪੜ੍ਹ ਕੇ ਸਮਝ ਲਈਏ, ਠੀਕ ਹੈ। ਸਰਦਾਰ ਪਟੇਲ ਇਜ਼ ਨੋਨ ਐਜ਼ ਆਇਰਨ ਮੈਨ ਆਫ ਇੰਡੀਆ ਐਂਡ ਹੀ ਵਾਜ਼ ਅ ਗ੍ਰੇਟ ਲੀਡਰ ਇਨ 20th ਸੈਂਚੁਰੀ। ਸਰਦਾਰ ਪਟੇਲ ਜੀ ਬਾਰੇ ਗੱਲ ਹੋ ਰਹੀ ਹੈ। ਉਹਨਾਂ ਨੂੰ ਕੀ ਕਰਕੇ ਜਾਣਿਆ ਜਾਂਦਾ ਸੀ? ਲੋਹ ਪੁਰਸ਼, ਠੀਕ ਆ, ਆਇਰਨ ਮੈਨ ਆਫ ਇੰਡੀਆ, ਅਤੇ ਉਹ ਬਹੁਤ ਵੱਡੇ ਲੀਡਰ ਸੀ 20ਵੀਂ ਸਦੀ ਦੇ। ਹੀ ਡਾਈਡ ਆਲਮੋਸਟ 2 years ਆਫਟਰ ਦਾ ਡੈਥ ਆਫ ਮਹਾਤਮਾ ਗਾਂਧੀ। ਉਹ ਮਹਾਤਮਾ ਗਾਂਧੀ ਦੀ ਮੌਤ ਤੋਂ 2 ਸਾਲ ਬਾਅਦ ਲਗਭਗ ਮਰ ਗਏ। ਹੀ ਵਾਜ਼ ਸੱਚ ਐਨ ਇਮੋਸ਼ਨਲ ਐਂਡ ਕਾਈਂਡ ਹਾਰਟਡ ਪਰਸਨ। ਉਹ ਬਹੁਤ ਹੀ ਭਾਵਨਾਤਮਕ ਅਤੇ ਆਪਾਂ ਕਹਿੰਦੇ ਹਾਂ ਨਰਮ ਦਿਲ ਦੇ ਵਿਅਕਤੀ ਸੀ। ਦੈਟ ਵੈਨ ਹਿਜ਼ ਫਾਲੋਅਰਸ ਵਰ ਵਰੀਡ ਹੀ ਆਲਸੋ ਲੁਕਡ ਵੈਰੀ ਡਿਸਪੁਆਇੰਟਡ। ਜਦੋਂ ਉਹਨਾਂ ਦੇ ਜਿਹੜੇ ਫੋਲੋਅਰ ਸੀ, ਉਹਨਾਂ ਨੂੰ ਪਸੰਦ ਕਰਨ ਵਾਲੇ ਲੋਕ ਸੀ, ਉਹ ਚਿੰਤਾ 'ਚ ਹੁੰਦੇ ਸੀ, ਉਹ ਵੀ ਉਦਾਸ ਹੋ ਜਾਂਦੇ ਸੀ। ਸਰਦਾਰ ਪਟੇਲ ਵਾਜ਼ ਦਾ ਮੈਨ ਹੂ ਹੈਡ ਨੋ ਪ੍ਰੋਬਲਮ ਇਨ ਔਰਗੇਨਾਈਜ਼ਿੰਗ ਦਾ ਅਫੇਅਰਸ ਬਿਕਾਊਜ਼ ਹੀ ਹੈਡ ਅ ਵੈਰੀ ਸ਼ਾਰਪ ਮਾਈਂਡ। ਸੋ ਇੱਥੇ ਗੱਲ ਹੋ ਰਹੀ ਹੈ ਕਿ ਜਿਹੜੇ ਸਰਦਾਰ ਪਟੇਲ ਸੀ, ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੇ ਅਫੇਅਰਸ ਸੀਗੇ, ਮਤਲਬ ਮਸਲੇ ਸੀ, ਉਹਨਾਂ ਦਾ ਪ੍ਰਬੰਧ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਸੀ ਆਉਂਦੀ, ਕਿਉਂਕਿ ਉਹਨਾਂ ਬਹੁਤ ਤੇਜ਼ ਦਿਮਾਗ ਦੇ ਸੀ। ਅਡੀਸ਼ਨਲੀ ਹੀ ਵਾਜ਼ ਵੈਰੀ ਸਕਿਲਡ ਐਟ ਸਿਲੈਕਟਿੰਗ ਦਾ ਰਾਈਟ ਪਰਸਨ ਫॉर ਦਾ ਰਾਈਟ ਪੋਸਟ। ਇਸ ਤੋਂ ਇਲਾਵਾ ਉਹਨਾਂ ਕੋਲ ਇਹ ਹੁਨਰ ਸੀ ਕਿ ਉਹ ਸਹੀ ਪੋਸਟ ਲਈ ਸਹੀ ਬੰਦਾ ਚੁਣ ਸਕਦੇ ਸੀ। ਹੀ ਵਾਜ਼ ਦਾ ਹੋਮ ਮਿਨਿਸਟਰ ਆਫ ਇੰਡੀਆ ਵੈਨ ਦਾ ਇੰਡੀਆ ਪਾਕਿਸਤਾਨ ਵਾਰ ਟੁੱਕ ਪਲੇਸ ਇਨ 1947। 1947 ਦੇ ਵਿੱਚ ਜਦੋਂ ਇੰਡੀਆ ਪਾਕ ਯੁੱਧ ਹੋਇਆ ਭਾਰਤ ਅਤੇ ਪਾਕਿਸਤਾਨ ਦਾ, ਉਸ ਸਮੇਂ ਉਹ ਭਾਰਤ ਦੇ ਗ੍ਰਹਿ ਮੰਤਰੀ ਸੀ, ਹੋਮ ਮਿਨਿਸਟਰ ਸੀ। ਸੋ ਅੱਗੇ ਕੀ ਕਹਿ ਰਹੇ ਨੇ? ਹੀ ਡਾਈਡ ਔਨ 15th ਦਸੰਬਰ 1950। 1950 ਦੇ ਵਿੱਚ 15 ਦਸੰਬਰ ਨੂੰ ਉਹਨਾਂ ਦੀ ਮੌਤ ਹੋ ਗਈ। ਸੋ ਇਹ ਪੈਰਾ ਸੀ, ਪੜ੍ਹ ਲਿਆ, ਸਮਝ ਲਿਆ। ਸੋ ਹੁਣ ਆਪਾਂ ਇਹਦੇ ਕੁਐਸ਼ਚਨਾਂ ਦੇ ਆਨਸਰ ਫਾਈਂਡ ਆਊਟ ਕਰਦੇ ਹਾਂ। ਸਰਦਾਰ ਪਟੇਲ ਇਜ਼ ਨੋਨ ਐਜ਼, ਕੀ ਕਰਕੇ ਜਾਣੇ ਜਾਂਦੇ ਸੀ? ਹੁਣੇ ਦੱਸਿਓ ਸੀ ਤੁਹਾਨੂੰ, ਆਇਰਨ ਮੈਨ ਆਫ ਇੰਡੀਆ। ਸੋ ਸੀ ਆਪਸ਼ਨ ਇਹਦਾ ਰਾਈਟ ਆਨਸਰ ਹੈ ਬੇਟਾ। ਕੁਐਸਚਨ ਨੰਬਰ 2, ਹੀ ਹੈਡ ਅ ਕੁਆਲਿਟੀ ਦੈਟ ਵਾਜ਼। ਉਹਨਾਂ ਕੋਲ ਕਿਹੜੀ ਕੁਆਲਿਟੀ ਸੀ? ਸਿਲੈਕਟਿੰਗ ਦਾ ਰਾਈਟ ਪਰਸਨ ਫॉर ਦਾ ਰਾਈਟ ਪੋਸਟ। ਸੋ ਇਸ ਦਾ ਆਨਸਰ ਹੈ ਬੀ। ਕੁਐਸਚਨ ਨੰਬਰ 3, ਵੈਨ ਡਿਡ ਹੀ ਡਾਈਡ। ਕਦੋਂ ਉਹਨਾਂ ਦੀ ਡੈਥ ਹੋਈ? 15 ਦਸੰਬਰ 1950। ਸੋ ਇਹਦਾ ਆਨਸਰ ਹੈ ਆਪਸ਼ਨ ਸੀ। ਹੀ ਵਾਜ਼ ਅ ਸੌਫਟ ਹਾਰਟਡ ਮੈਨ। ਉੱਥੇ ਕਾਈਂਡ ਹਾਰਟਡ ਲਿਖਿਆ, ਕਾਈਂਡ ਹਾਰਟਡ ਸੌਫਟ ਹਾਰਟਡ ਸੇਮ ਥਿੰਗ ਆ। ਸੋ ਇੱਥੇ ਇਹਦਾ ਆਪਸ਼ਨ ਹੈ ਆਨਸਰ ਆ ਆਪਸ਼ਨ ਏ। ਸੋ ਇਹ ਪੈਰਾਗ੍ਰਾਫ ਸੋਲਵ ਹੋ ਗਿਆ। ਲਓ ਜੀ, ਹੁਣ ਅੱਗੇ ਆਪਾਂ ਨੂੰ ਡਾਇਲੋਗ ਕਨਵਰਸੇਸ਼ਨ ਦਿੱਤੀ ਹੋਈ ਹੈ, ਉਹਨੂੰ ਪੜ੍ਹਨਾ ਧਿਆਨ ਨਾਲ ਅਤੇ ਉਸ ਤੋਂ ਬਾਅਦ ਉਹਦੇ ਨਾਲ ਰਿਲੇਟਡ ਆਪਾਂ ਕੁਐਸ਼ਨਾਂ ਦੇ ਆਨਸਰਸ ਦੇਣੇ ਆ। ਲਓ ਜੀ, ਹੁਣ ਆਪਾਂ ਇਹਨੂੰ ਧਿਆਨ ਨਾਲ ਪੜ੍ਹਦੇ ਹਾਂ ਔਰ ਸਮਝਦੇ ਹਾਂ। ਇੱਕ ਟੂਰਿਸਟ ਅਤੇ ਇੱਕ ਆਮ ਆਦਮੀ ਦੇ ਵਿਚਕਾਰ ਗੱਲ ਹੋ ਰਹੀ ਆ। ਟੂਰਿਸਟ ਜਿਹੜਾ ਯਾਤਰੀ ਕੋਈ ਘੁੰਮਣ ਆਇਆ ਕਿਸੇ ਹੋਰ ਸ਼ਹਿਰ 'ਚੋਂ ਜਾਂ ਹੋਰ ਦੇਸ਼ 'ਚੋਂ। ਸੋ ਟੂਰਿਸਟ ਯਾਤਰੀ ਕੀ ਕਰ ਰਿਹਾ? ਐਕਸਕਿਊਜ਼ ਮੀ, ਕੈਨ ਯੂ ਹੈਲਪ ਮੀ, ਆਈ ਐਮ ਲਾਸਟ। ਅਤੇ ਉਹ ਬੰਦੇ ਨੂੰ, ਕਿਸੇ ਨੂੰ ਰੋਕ ਕੇ ਪੁੱਛਦਾ, ਕੀ ਤੁਸੀਂ ਮੇਰੀ ਸਹਾਇਤਾ ਕਰੋਗੇ, ਮੈਂ ਖੋ ਗਿਆ। ਕੀ ਹੋ ਗਿਆ? ਉਹ ਖੋ ਗਿਆ। ਸੋ ਅੱਗੇ ਪਰਸਨ, ਸਰਟਨਲੀ, ਵੇਅਰ ਵੁੱਡ ਯੂ ਲਾਈਕ ਟੂ ਗੋ। ਹਾਂ ਉਹ ਪੁੱਛਦਾ ਵੀ ਜ਼ਰੂਰ ਕਰੂੰਗਾ, ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ? ਫਿਰ ਟੂਰਿਸਟ ਕੀ ਕਹਿੰਦਾ, ਕਿੱਥੇ ਜਾ? ਆਈ ਡਿਡ ਲਾਈਕ ਟੂ ਗੋ ਟੂ ਦਾ ਮਿਊਜ਼ੀਅਮ। ਇਜ਼ ਇਟ ਫॉर, ਮੈਂ ਮਿਊਜ਼ੀਅਮ ਜਾਣਾ ਚਾਹੁੰਦਾ, ਕੀ ਮਿਊਜ਼ੀਅਮ ਇੱਥੋਂ ਦੂਰ ਆ? ਅਤੇ ਫਿਰ ਉਸ ਪਰਸਨ ਨੇ ਕਿਹਾ, ਨੋ ਇਟ ਇਜ਼ ਅਬਾਊਟ ਅ 5 minute ਵਾਕ। ਨਹੀਂ, ਉਹ ਕਹਿੰਦਾ 5 ਮਿੰਟ ਦੀ ਤੁਰ ਕੇ ਪੈਦਲ ਤੁਸੀਂ ਉੱਥੇ ਪਹੁੰਚ ਸਕਦੇ ਹੋ, ਦੂਰ ਨਹੀਂ ਹੈਗਾ। ਟੂਰਿਸਟ ਫਿਰ ਕੀ ਕਹਿੰਦਾ, ਸ਼ੁੱਡ ਆਈ ਕਾਲ ਅ ਟੈਕਸੀ, ਕੀ ਮੈਨੂੰ ਟੈਕਸੀ ਬੁਲਾਉਣੀ ਚਾਹੀਦੀ ਹੈ? ਅਤੇ ਪਰਸਨ ਕਹਿੰਦਾ, ਨੋ ਇਟ ਇਜ਼ ਵੈਰੀ ਈਜ਼ੀ, ਆਈ ਕੈਨ ਗਿਵ ਯੂ ਡਾਇਰੈਕਸ਼ਨਸ। ਉਹ ਕਹਿੰਦਾ, ਨਹੀਂ ਇਹ ਤਾਂ ਬਹੁਤ ਆਸਾਨ ਆ, ਮੈਂ ਤੁਹਾਨੂੰ ਦੱਸ ਦਿੰਦਾ ਕਿੱਧਰ ਕਿੱਧਰ ਨੂੰ ਜਾਣਾ, ਡਾਇਰੈਕਸ਼ਨਸ ਦੇ ਦੇਣਾ।
ਟੂਰਿਸਟ ਕੀ ਕਹਿੰਦਾ, ਥੈਂਕ ਯੂ, ਦੈਟਸ ਵੈਰੀ ਕਾਈਂਡ ਆਫ ਯੂ। ਅੱਗੇ ਮੈਂਸ਼ਨ ਨਾਟ, ਉਹ ਕਹਿੰਦਾ ਨਾਓ ਗੋ ਅਲੋਂਗ ਦਿਸ ਸਟਰੀਟ ਟੂ ਦਾ ਟ੍ਰੈਫਿਕ ਲਾਈਟਸ। ਹੁਣ ਇਸ ਸੜਕ ਦੇ ਨਾਲ ਨਾਲ ਤੁਸੀਂ ਉਹ ਟ੍ਰੈਫਿਕ ਲਾਈਟਸ ਤੱਕ ਜਾਓ। ਡੂ ਯੂ ਸੀ ਦੈਮ, ਕੀ ਤੁਸੀਂ ਉਹਨਾਂ ਨੂੰ ਦੇਖ ਪਾ ਰਹੇ ਹੋ? ਟੂਰਿਸਟ ਕਹਿੰਦਾ ਯੈਸ ਆਈ ਕੈਨ ਸੀ ਦੈਮ। ਫਿਰ ਪਰਸਨ ਕਹਿੰਦਾ ਰਾਈਟ ਐਟ ਦਾ ਟ੍ਰੈਫਿਕ ਲਾਈਟ ਟਰਨ ਲੈਫਟ ਇਨ ਟੂ ਦਾ ਕੁਈਨ ਮੈਰੀ ਐਵੀਨਿਊ। ਕਹਿੰਦਾ ਜਦੋਂ ਤੁਸੀਂ ਲਾਈਟਾਂ 'ਤੇ ਪਹੁੰਚ ਗਏ ਉੱਥੋਂ ਖੱਬੇ ਮੁੜ ਜਾਣਾ ਕੁਈਨ ਮੈਰੀ ਐਵੀਨਿਊ ਵੱਲ ਨੂੰ। ਟੇਕ ਦਾ ਸੈਕੰਡ ਲੈਫਟ ਐਂਡ ਐਂਟਰ ਦਾ ਮਿਊਜ਼ੀਅਮ ਡਰਾਈਵ। ਫਿਰ ਇੱਕ ਵਾਰ ਫਿਰ ਸੈਕੰਡ ਲੈਫਟ ਮੁੜ ਜਾਣਾ ਤੁਸੀਂ ਅਤੇ ਫਿਰ ਮਿਊਜ਼ੀਅਮ ਡਰਾਈਵ ਵੱਲ ਨੂੰ ਤੁਸੀਂ ਚੱਲ ਪਓਗੇ। ਟੂਰਿਸਟ ਕਹਿੰਦਾ ਓ ਰਾਈਟ। ਪਰਸਨ ਕਹਿੰਦਾ ਜਸਟ ਫੋਲੋ ਦਾ ਮਿਊਜ਼ੀਅਮ ਡਰਾਈਵ ਐਂਡ ਦਾ ਮਿਊਜ਼ੀਅਮ ਇਜ਼ ਐਟ ਦਾ ਐਂਡ ਆਫ ਦਾ ਰੋਡ। ਤੁਸੀਂ ਮਿਊਜ਼ੀਅਮ ਡਰਾਈਵ ਨੂੰ ਫੋਲੋ ਕਰਦੇ ਜਾਣਾ ਅਤੇ ਐਂਡ ਵਾਲੇ ਇਸ ਰੋਡ ਦੀ ਐਂਡ 'ਤੇ ਮਿਊਜ਼ੀਅਮ ਮਿਲ ਜੂ ਤੁਹਾਨੂੰ। ਟੂਰਿਸਟ ਕਹਿੰਦਾ ਗ੍ਰੇਟ ਥੈਂਕਸ ਅਗੇਨ ਫॉर ਯੂਅਰ ਹੈਲਪ। ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਉਹ ਪਰਸਨ ਕਹਿੰਦਾ ਇਟਸ ਮਾਈ ਪਲੈਜ਼ਰ। ਸੋ ਇਹ ਗੱਲਬਾਤ ਹੋ ਗਈ। ਹੁਣ ਆਪਾਂ ਦੇਖਦੇ ਹਾਂ ਇਹਦੇ ਕੁਐਸ਼ਚਨਸ। ਫਸਟ ਕੁਐਸਚਨ ਹੈ ਬਟਵੀਨ ਹੂਮ ਇਜ਼ ਦਾ ਕਨਵਰਸੇਸ਼ਨ ਗੋਇੰਗ ਔਨ। ਕਿਹਨਾਂ ਦੇ ਵਿਚਕਾਰ ਚੱਲ ਰਹੀ ਹੈ ਗੱਲਬਾਤ? ਟੂਰਿਸਟ ਅਤੇ ਪਰਸਨ ਦੇ ਵਿਚਕਾਰ। ਸੋ ਇਹਦਾ ਆਨਸਰ ਆ ਆਪਸ਼ਨ ਬੀ। ਵਾਈ ਡਿਡ ਦਾ ਟੂਰਿਸਟ ਵਾਂਟ ਹੈਲਪ। ਟੂਰਿਸਟ ਨੂੰ ਹੈਲਪ ਕਿਉਂ ਚਾਹੀਦੀ ਹੈ? ਹੀ ਵਾਜ਼ ਲੋਸਟ। ਸੋ ਇਸ ਦਾ ਆਨਸਰ ਹੈ ਏ। ਦਾ ਟੂਰਿਸਟ ਵਾਂਟਡ ਟੂ ਗੋ ਟੂ। ਕਿੱਥੇ ਜਾਣਾ ਚਾਹੁੰਦਾ? ਮਿਊਜ਼ੀਅਮ। ਸੀ ਆਨਸਰ ਆ ਬੇਟਾ। ਕੁਐਸਚਨ ਨੰਬਰ 8 ਹੂ ਸੇਜ਼ ਥੈਂਕ ਯੂ ਫॉर ਹੈਲਪ। ਕਿਹਨੇ ਥੈਂਕ ਯੂ ਕਿਹਾ ਹੈਲਪ ਲਈ? ਟੂਰਿਸਟ ਨੇ। ਸੋ ਬੀ ਆਨਸਰ ਹੈ। ਲਓ ਜੀ ਇਹ ਦੋਨੋਂ ਹੋ ਗਏ ਆਪਣੇ ਪੈਰਾਗ੍ਰਾਫਸ। ਹੁਣ ਆਪਾਂ ਚੱਲਦੇ ਹਾਂ ਬੁੱਕ ਵਾਲੇ ਕੰਮ 'ਤੇ। ਆ ਗਿਆ ਸਾਡਾ ਸੈਕਸ਼ਨ ਵੀ ਲਿਟਰੇਚਰ, ਜਿਹੜਾ ਕਿ 14 ਮਾਰਕਸ ਦਾ ਹੈਗਾ। ਚਲੋ ਜੀ ਦੇਖੋ ਫਿਰ ਫਸਟ ਕੁਐਸਚਨ ਵੇਅਰ ਡਜ਼ ਦਾ ਮਿਲਕ ਕਮ ਫਰੋਮ। ਮਿਲਕ ਕਿੱਥੋਂ ਆਉਂਦਾ? ਕਾਓ ਤੋਂ ਆਉਂਦਾ। ਮੈਨੂੰ ਪਤਾ ਤੁਹਾਨੂੰ ਆਉਂਦਾ, ਆਪਾਂ ਕਲਾਸ 'ਚ ਵੀ ਇਹ ਕੀਤਾ ਸੀ। ਸੈਕਿੰਡ ਵਨ ਬਟ ਵਾਜ਼ ਕਲੋਜ਼ ਟੂ ਲੇਕ। ਲੇਕ ਦੇ ਨੇੜੇ ਕੀ ਸੀ? ਲੇਕ ਆਫ ਮੂਨ, ਜਿਹੜਾ ਥਰਡ ਲੈਸਨ ਆ ਉਹਦੇ 'ਚੋਂ ਆ ਕਲੋਨੀ ਆਫ ਰੈਬਿਟਸ। ਸੋ ਇਸ ਦਾ ਆਨਸਰ ਹੈ ਏ। ਬਟ ਹੈਪਨ ਟੂ ਦਾ ਏਰੀਆ ਵੇਅਰ ਐਲੀਫੈਂਟ ਲਿਵਡ। ਜਿੱਥੇ ਐਲੀਫੈਂਟ ਰਹਿੰਦੇ ਸੀਗੇ ਕੀ ਹੋ ਗਿਆ ਸੀ ਉਸ ਏਰੀਏ 'ਚ? ਲੇਕ ਆਫ ਦਾ ਮੂਨ 'ਚੋਂ ਹੀ ਹੈ ਵੀ। ਦੇਅਰ ਵਾਜ਼ ਨੋ ਵਾਟਰ। ਉੱਥੇ ਕੋਈ ਪਾਣੀ ਨਹੀਂ ਸੀਗਾ। ਇਹ ਮੈਂ ਉੱਥੇ ਵੀ ਤੁਹਾਨੂੰ ਕਲਾਸ 'ਚ ਕਰਾਉਂਦੇ ਹੋਏ ਵੀ ਦੱਸਿਆ ਸੀ। ਅਗਰ ਨੋ ਵਾਟਰ ਵਾਲੀ ਆਪਸ਼ਨ ਅਸੀਂ ਉਹ ਚੂਜ਼ ਕਰਾਂਗੇ, ਅਗਰ ਡਰਾਊਟ ਵਾਲੀ ਆ ਗਈ ਤਾਂ ਅਸੀਂ ਉਹ ਚੂਜ਼ ਕਰਾਂਗੇ। ਠੀਕ ਆ। ਚਲੋ ਜੀ ਨੈਕਸਟ ਵਨ ਆ ਗਿਆ ਵਾਈ ਡਿਡ ਦਾ ਬੋਆਏ ਵਾਂਟ ਅ ਬੋਟ। ਦਾ ਗਿਵਿੰਗ ਟਰੀ 'ਚੋਂ ਆ ਜਿਹੜਾ ਲੜਕਾ ਸੀ ਉਹ ਬੋਟ ਕਿਉਂ ਚਾਹੁੰਦਾ ਸੀ? ਉਹ ਜਾਣਾ ਚਾਹੁੰਦਾ ਸੀ ਦੂਜੇ ਸ਼ਹਿਰ ਬਿਜ਼ਨਸ ਲਈ। ਸੋ ਅਸੀਂ ਸਿਟੀ ਵਾਲਾ ਚੂਜ਼ ਕਰਾਂਗੇ। ਪਹਿਲੇ 'ਚ ਸਿਟੀ ਆ ਦੇਖੋ, ਦੂਜੇ 'ਚ ਵਿਲੇਜ ਆ, ਤੀਜੇ 'ਚ ਵੀ ਸਿਟੀ ਆ ਪਰ ਨਾਲ ਸ਼ਾਪਿੰਗ ਲਿਖਿਆ ਹੋਇਆ ਹੈ ਨਾ। ਸੋ ਉਹ ਨੰਬਰ 1 ਤਾਂ ਬਿਜ਼ਨਸ ਧਿਆਨ 'ਚ ਰੱਖਣਾ, ਦੂਜੇ ਨੰਬਰ 'ਤੇ ਸਿਟੀ। ਸੋ ਇਹਦਾ ਆਪਸ਼ਨ ਏ ਆਨਸਰ ਹੈ। ਕੁਐਸਚਨ ਨੰਬਰ 13 ਬਟ ਡਿਡ ਦਾ ਕਰੋ ਸੀ ਔਨ ਦਾ ਗਰਾਊਂਡ। ਕਰੋ ਨੇ ਗਰਾਊਂਡ ਦੇ ਉੱਤੇ ਕੀ ਦੇਖਿਆ? ਪੀਕੌਕ ਦੇ ਫੈਦਰਸ ਦੇਖੇ। ਸੋ ਇਹਦਾ ਵੀ ਇਹ ਆਨਸਰ ਆ। ਅਗਲਾ ਕੁਐਸਚਨ ਆ ਵਾਟ ਡਿਡ ਦਾ ਕਰੋ ਡੂ ਵਿਦ ਦਾ ਪੀਕੌਕਸ ਫੈਦਰਸ। ਉਹਨੇ ਜਿਹੜੇ ਮੋਰ ਦੇ ਖੰਭ ਦੇਖੇ ਉਹਨਾਂ ਨਾਲ ਕੀ ਕੀਤਾ? ਉਹਨੇ ਚੱਕ ਕੇ ਉਹ ਚਿਪਕਾ ਲਏ ਸੀ, ਸਟੱਕ ਕਰ ਲਏ ਸੀ ਕਿੱਥੇ? ਆਪਦੇ ਵਿੰਗਸ 'ਤੇ ਐਂਡ ਟੇਲਸ 'ਤੇ। ਸੋ ਸਾਡੇ ਕੋਲ ਜਿਹੜੀ ਆਪਸ਼ਨਸ ਨੇ, ਪਹਿਲੇ 'ਚ ਇਕੱਲਾ ਵਿੰਗਸ ਦਿੱਤਾ, ਸੈਕਿੰਡ 'ਚ ਟੇਲ ਦਿੱਤਾ ਹੋਇਆ, ਥਰਡ 'ਚ ਦੋਨੋਂ ਚੀਜ਼ਾਂ ਦਿੱਤੀਆਂ ਮੈਨੂੰ, ਇਸ ਲਈ ਅਸੀਂ ਥਰਡ ਆਪਸ਼ਨ ਚੂਜ਼ ਕਰਾਂਗੇ ਬੇਟਾ। ਹੋ ਗਿਆ। ਨੈਕਸਟ ਵਨ ਵਾਟ ਇਜ਼ ਦਾ ਮੀਨਿੰਗ ਆਫ ਦਾ ਵਰਡ ਕਨਵਰਸੇਸ਼ਨ। ਕਨਵਰਸੇਸ਼ਨ ਦਾ ਮਤਲਬ ਕੀ ਹੈ? ਸਾਡੇ ਕੋਲ 4 ਆਪਸ਼ਨਾਂ ਦਿੱਤੀਆਂ ਨੇ, ਉਹ 'ਚ ਅਸੀਂ ਚੂਜ਼ ਕਰਾਂਗੇ ਗੱਲਬਾਤ। ਇਹ ਤੁਸੀਂ ਜਿਹੜੇ ਵਰਡ ਮੀਨਿੰਗ ਨੇ ਵੈਸੇ ਸਾਰੇ ਪਹਿਲੇ 6 ਦੇ 6 ਲੈਸਨਾਂ ਦੇ ਤੁਸੀਂ ਲਰਨ ਕੀਤੇ ਹੋਏ ਨੇ। ਸੋ ਬੇਟਾ ਇਹ ਜ਼ਰੂਰ ਲਰਨ ਕਰ ਲੈਣੇ ਨੇ। ਇਹ ਹੋਰ ਵੀ ਆ ਸਕਦੇ ਆ ਹੈ ਨਾ, ਇਹ ਜ਼ਰੂਰੀ ਨਹੀਂ ਇਹੀ ਆਉਣਗੇ। ਓਕੇ ਵਾਟ ਇਜ਼ ਦਾ ਮੀਨਿੰਗ ਆਫ ਦਾ ਵਰਡ ਚੀਜ਼। ਚੀਜ਼ ਦਾ ਮਤਲਬ ਕੀ ਆ? ਪਨੀਰ। ਸੋ ਇਹਦਾ ਵੀ ਆਪਸ਼ਨ ਇਹ ਆ। ਲਓ ਜੀ ਨੈਕਸਟ ਆ ਗਿਆ ਦਾ ਬੋਆਏ ਕੱਟ ਆਫ ਦਾ ਬ੍ਰਾਂਚਿਸ ਟੂ ਮੇਕ ਅ। ਇਹ ਵੀ ਗਿਵਿੰਗ ਟਰੀ 'ਚੋਂ ਆ। ਲੜਕੇ ਨੇ ਬ੍ਰਾਂਚਿਸ ਕੱਟੀਆਂ ਸੀ ਕਾਹਦੇ ਲਈ? ਇਹ ਤੁਹਾਡਾ ਮੋਸਟਲੀ ਸਾਰੀ ਕਲਾਸ ਨੇ ਗਲਤ ਇਹਦਾ ਆਨਸਰ ਦਿੱਤਾ ਸੀ। ਸੋ ਬ੍ਰਾਂਚਿਸ ਕੱਟੀਆਂ ਸੀ ਹਾਊਸ ਬਣਾਉਣ ਨੂੰ। ਜਦੋਂ ਦਾ ਟਰੰਕ ਲੈ ਕੇ ਗਿਆ ਸੀ ਕੱਟ ਕੇ, ਉਦੋਂ ਬੋਟ ਬਣਾਈ ਸੀ। ਸੋ ਇਸ ਚੀਜ਼ ਦਾ ਧਿਆਨ ਰੱਖਣਾ। ਬੀ ਆਨਸਰ ਹੈ ਇਹਦਾ। ਹੂ ਸੈਡ ਦਾ ਫੋਲੋਇੰਗ ਵਰਡਸ ਐਂਡ ਟੂ ਹੂਮ। ਇਹ ਸ਼ਬਦ ਕਿਹਨੇ ਕਹੇ ਅਤੇ ਕਿਹਨੂੰ ਕਹੇ? ਵੀ ਸ਼ੁੱਡ ਐਕਸੈਪਟ ਅਵਰਸੈਲਵਸ ਟੂ ਦਾ ਵੇ ਵੀ ਆਰ। ਸਾਨੂੰ ਆਪਣੇ ਆਪ ਨੂੰ ਉੱਦਾਂ ਹੀ ਸਵੀਕਾਰ ਕਰਨਾ ਚਾਹੀਦਾ ਜਿੱਦਾਂ ਅਸੀਂ ਹੈਗੇ ਹਾਂ। ਇਹ ਸਿਆਣੇ ਬੁੱਢੇ ਕਾਂ ਨੇ ਦੂਜੇ ਕਾਂ ਨੂੰ ਕਹੇ ਸੀ। ਸੋ ਇਹਦਾ ਆਨਸਰ ਡੀ ਐਨ ਓਲਡ ਵਾਈਜ਼ ਕਰੋ ਟੂ ਦਾ ਕਰੋ। ਹੁਣ ਆਪਾਂ ਪੋਇਮ ਵਾਲੇ ਆ ਗਏ। 2 ਪੋਇਮਸ ਨੇ ਸਾਨੂੰ, ਤੁਹਾਨੂੰ ਮੈਂ ਇਹ ਵੀ ਕਿਹਾ ਸੀ ਵੀ ਪੋਇਮਸ ਦੇ ਨਾਮ ਔਰ ਪੋਇਟਸ ਦੇ ਨਾਮ ਤੁਸੀਂ ਜ਼ਰੂਰ ਯਾਦ ਕਰ ਲੈਣੇ ਨੇ। ਸੋ ਹੁਣ ਇੱਥੇ ਜਿਹੜਾ ਹੈਗਾ ਆਈ ਬਰਾਊਟ ਹੋਮ ਅ ਪਪੀ ਹੂ ਲੁਕਡ ਵੈਰੀ ਹੈਪੀ ਸੌਫਟ ਬਰਾਊਨ ਆਈਜ਼ ਇਜ਼ ਵੈਰੀ ਸਮਾਲ ਇਨ ਸਾਈਜ਼। ਸੋ 4 ਲਾਈਨਾਂ ਨੇ ਇਹ। ਕਿਹੜੀ ਪੋਇਮ 'ਚੋਂ ਸਟੈਂਜਾ ਲਿਆ ਗਿਆ? ਮਾਈ ਫਰੀ ਫਰੈਂਡ 'ਚੋਂ। ਲਓ ਜੀ ਹੁਣ ਇਹਦੇ ਨਾਲ ਰਿਲੇਟਡ ਕੁਐਸ਼ਚਨਸ ਦੇਖੋ। ਹੂ ਲੁਕਡ ਵੈਰੀ ਹੈਪੀ, ਕੌਣ ਬਹੁਤ ਖੁਸ਼ ਨਜ਼ਰ ਆ ਰਿਹਾ ਸੀਗਾ? ਆ ਪਪੀ।
ਸੈਕਿੰਡ ਅਗਲਾ ਕੁਐਸਚਨ ਆ ਵਾਟ ਇਜ਼ ਦਾ ਕਲਰ ਆਫ ਹਿਜ਼ ਆਈਜ਼, ਕੀ ਉਹਦੇ ਕਲਰਸ ਕੀ ਸੀ ਉਹਦੀ ਆਈਜ਼ ਦਾ, ਬਰਾਊਨ। ਸੋ ਇਹਦੇ 'ਚ ਅਸੀਂ ਏ ਚੂਜ਼ ਕਰਾਂਗੇ। ਨੈਕਸਟ ਵਨ ਹੈ ਪੋਇਮ ਨਾਲ ਰਿਲੇਟਡ ਹੀ ਹੈ, ਹੂ ਇਜ਼ ਦਾ ਪੋਇਟ ਆਫ ਦਾ ਪੋਇਮ ਹਾਊ ਬਿਊਟੀਫੁਲ ਇਜ਼ ਦਾ ਰੇਨ। ਇਹ ਸਾਡੀ ਸੈਕਿੰਡ ਪੋਇਮ ਆ ਟਰਮ ਬਣ ਲਈ ਪੰਜਵਾਂ ਲੈਸਨ। ਸੋ ਇਹਦੇ ਰਾਈਟਰ ਦਾ ਨਾਮ ਪੁੱਛਿਆ ਗਿਆ ਗਾ, ਪੋਇਟ ਦਾ ਨਾਮ, ਸੋ H.W. ਲੌਂਗਫੈਲੋ। ਇਹਦੇ 'ਚ ਕਨਫਿਊਜ਼ ਨਹੀਂ ਹੋ ਜਾਣਾ, ਜਿੱਦਾਂ ਪਹਿਲੇ ਆਪਸ਼ਨ ਦੇ ਵਿੱਚ W ਮੂਹਰੇ ਪਾਇਆ ਹੋਇਆ, H ਬਾਅਦ 'ਚ ਪਾਇਆ ਹੋਇਆ। ਸੋ ਇਸ ਦਾ ਕਰੈਕਟ ਆਨਸਰ ਆਪਸ਼ਨ ਡੀ ਹੈ ਬੇਟਾ। ਦੂਸਰੀ ਪੋਇਮ ਦੇ ਰਾਈਟਰ ਦਾ ਨਾਮ ਵੀ ਤੁਸੀਂ ਯਾਦ ਕਰਕੇ ਰੱਖਣਾ ਕੀ ਆ। ਫੜੀ ਫਰੈਂਡ ਦੇ ਪੋਇਟ ਦਾ ਨਾਮ ਬੰਦਨਾ ਲੋਨਿਆਲ। ਸੋ ਇਹ ਦੋ ਰਾਈਟਰ ਯਾਦ ਕਰਨੇ ਨੇ ਦੋਸਤੋ। ਨੈਕਸਟ ਵਨ ਬੇਟਾ ਵਿਚ ਆਰ ਦਾ ਪਲੇਸਿਸ ਵੇਅਰ ਦਾ ਰੇਨ ਫਾਲਸ। ਉਹ ਕਿਹੜੀਆਂ ਥਾਵਾਂ ਨੇ ਜਿੱਥੇ ਰੇਨ ਪੈ ਰਹੀ ਆ। ਇਨ ਦਾ ਨੈਰੋ ਲੇਨਸ ਇਨ ਦਾ ਬਰੋਡ ਸਟਰੀਟਸ, ਦੋਨਾਂ ਹੀ ਜਗ੍ਹਾ 'ਤੇ, ਚਾਹੇ ਤੰਗ ਗਲੀਆਂ ਨੇ ਚਾਹੇ ਚੌੜੀਆਂ ਸੜਕਾਂ ਨੇ, ਸਾਰੇ ਕਿਤੇ ਮੀਂਹ ਪੈ ਰਿਹਾ। ਸੋ ਇਹਦਾ ਅਸੀਂ ਚੂਜ਼ ਕਰਾਂਗੇ ਆਪਸ਼ਨ ਸੀ। ਹੁਣ ਵਕੈਬਲਰੀ ਪੋਰਸ਼ਨ 'ਤੇ ਆ ਗਏ ਆਪਾਂ। ਚੂਜ਼ ਦਾ ਆਪਸ਼ਨ ਵਿਦ ਦਾ ਕਰੈਕਟ ਸਾਊਂਡਸ ਆਫ ਐਨੀਮਲਸ। ਇਹ ਤੁਹਾਡਾ ਸਾਰਿਆਂ ਦਾ ਆਲਮੋਸਟ ਸਹੀ ਸੀ। ਸਾਨੂੰ ਇੱਥੇ ਦੋ ਐਨੀਮਲਸ ਦਿੱਤੇ ਹੋਏ ਨੇ, ਨਾਲ ਉਹਨਾਂ ਦੀ ਸਾਊਂਡ ਦਿੱਤੀ ਹੋਈ ਆ। ਅਗਰ ਦੋਨਾਂ 'ਚੋਂ ਇੱਕ ਵੀ ਗਲਤ ਆ ਤਾਂ ਅਸੀਂ ਉਹਨੂੰ ਚੂਜ਼ ਨਹੀਂ ਕਰ ਸਕਦੇ ਬੇਟਾ ਆਨਸਰ ਨੂੰ। ਜਿੱਦਾਂ ਡੋਂਕੀ ਰੋਰਸ, ਡੋਂਕੀ ਥੋੜ੍ਹੀ ਨਾ ਗਰਜਦੇ ਆ, ਸੋ ਗਲਤ ਹੈ। तो फिर नेक्स्ट वन च की देता अक्राओ ने नो, सो पैरट क्वैक नो, सो काओ मूस लॉयन रॉयट्स डी आंसर नूं असीं यूज़ करांगे बेटा। अगे कलैक्टिव नाउन पुछया गया ग्रुप ऑफ लेडीज़ लई, ये भी आपां क्लास च कीता सी, तुहाडा ये भी मोस्टली गलत सी सारे बच्चों का। बेई ऑफ लेडीज़ इहदा भी असीं डी आंसर यूज़ करांगे। नैक्सट आ गई ट्रांसलेशन एंड ग्रामर। ओपन द डोर, दरवाज़ा खोलो, ये तो तुहानूं आउंदी है मैनूं पता। लिसन टू मी, मेरी गल सुनो। ये मेज़ है, दिस इज़ अ टेबल। सो ये तो तुसीं मैनूं पता ईजीली कर सकते हो। एक दूजे नूं ना धक्को, डोंट पुश ईच अदर, इहदा सी ऑप्शन है। 29th नूं आ गए आपां हुण। अमन इज़ नॉट एन आर्कीटैक्ट डैश ही इज़ एन इंजीनियर, क्योंकि अमन मुंडे की गल हो रही है, सो असी ही चूज़ करांगे इत्थे। इहदा आंसर ए होगा। 30th दा आर नाइस लुकिंग फ्लावर्स, फ्लावर्स बहुते ने, सो असी दीज यूज़ करांगे इत्थे। ठीक, इहदा ऑप्शन सी हो गया करैक्ट आंसर। नैक्सट वन आ गया चूज़ द सेंटेंस दैट हैज़ बीन प्रॉपरली पंक्चुएटेड। पहला लैटर वड्डा होना चाहिए, डी वड्डी, देखो सिर्फ दूजे दे विच ही आ। साइन ऑफ इंटैरोगेशन लग्या होना चाहिए पिछे, बाकी कोई अखर वड्डा नहीं होना। सो इसदा बी आंसर है बेटा। सिटी का बन गया सिटीज़, बहुते प्लूरल बन गया। फैमिली का की बनू, फैमिलीज़, बाई कट के IES लगू। सो बी आंसर है। पिक आउट द प्रॉपर नाउन इन द गिवन सेंटेंस। प्रॉपर नाउन चूज़ करना इत्थे देखो, अलीशा स्लिपड इन द क्लास एंड क्राइड। सो क्लास की आ, कलैक्टिव नाउन हो गया। ये तो इलावा अलीशा ही आई आ। सो अलीशा किसी का नाम है, प्रॉपर नाउन आ। सो इनू असी चूज़ करांगे। सिलैक्ट द ऑप्शन विद द कॉमन नाउन ओनली। हुण अगली गल हो रही है सिर्फ और सिर्फ कॉमन नाउन चूज़ करने आ। पहले च टेबल गर्ल शूज़ ये चूज़ किया सी, दूजा क्यों नहीं चूज़ किया, गोआ आ गया। गोआ कोई प्रॉपर नाउन, तो प्रॉपर नाउन आ, कॉमन नाउन थोड़ी आ। फिर आर्मी आ गया, आर्मी तो कलैक्टिव नाउन आ। नैक्सट वाले च लंडन आ गया, लंडन की आ, प्रॉपर नाउन आ। सो कॉमन नाउन सिर्फ ए दे विच ने। लो जी ये भी हो गया। नैक्सट वन आ गया तुहाडा जेंडर, चेंज द जेंडर भी आपां कीता। टाइगर का की बनू टाइगरस, नैफ्यू का की बनू नीस। सो ਇਹਦਾ ਅਸੀਂ ਚੂਜ਼ ਕਰਾਂਗੇ ਆਪਸ਼ਨ ਏ ਬੇਟਾ। ਨੈਕਸਟ ਵਨ ਆ ਗਿਆ ਜੀ ਤੁਹਾਡੇ ਲੈਟਰਸ ਆਉਂਦੇ ਨੇ ਜਾਂ ਜਿਹੜੇ ਐਸੇ ਆਉਂਦੇ ਨੇ ਉਹਨਾਂ ਨਾਲ ਰਾਈਟਿੰਗ ਸਕੇਲ ਦਾ 5 ਨੰਬਰ ਹੁੰਦੇ ਨੇ ਇਹਦੇ। ਯੂ ਹੈਵ ਟੂ ਰਾਈਟ ਅ ਪੈਰਾਗ੍ਰਾਫ ਔਨ ਬਫੈਲੋ। ਤੁਸੀਂ ਮੱਝ 'ਤੇ ਇੱਕ ਪੈਰਾਗ੍ਰਾਫ ਲਿਖ ਰਹੇ ਹੋ, ਲੇਖ ਲਿਖ ਰਹੇ ਹੋ। ਵਿਚ ਆਫ ਦ ਫੋਲੋਇੰਗ ਲਾਈਨਸ ਵਿਲ ਨਾਟ ਬੀ ਇਨਕਲੂਡਡ। ਧਿਆਨ ਨਾਲ ਸੁਣਨਾ, ਕਿਹੜੀ ਲਾਈਨ ਤੁਸੀਂ ਨਹੀਂ ਇਨਕਲੂਡ ਕਰੋਗੇ। नॉट लग्या हुआ, जिहड़ी नहीं शामिल करोगे वो चूज़ करनी है। सो पहली की कह रही है बफैलो इज़ वन ऑफ द मोस्ट यूजफुल एनीमल फॉर ह्यूमन। बिल्कुल। इट इज़ अ लार्ज एनीमल विद अ टेल, 4 legs एंड 2 horns। ये भी सही है। इट इज़ नॉट अ डोमैसटिक एनीमल। ये नहीं आप लिखांगे डोमैसटिक एनीमल तो हैगी आ। डोमैसटिक मीन ਜਿਹੜੇ ਘਰਾਂ ਦੇ ਵਿੱਚ ਪਾਲਦੇ ਹਾਂ ਅਸੀਂ, ਮੱਝਾਂ ਘਰਾਂ 'ਚ ਹੀ ਹੁੰਦੀਆਂ ਨੇ, ਫਿਰ ਇੱਥੇ ਨੋਟ ਲੱਗਿਆ ਹੋਇਆ ਨਹੀਂ ਹੈਗੀਆਂ ਵੀ, ਇਸ ਲਈ ਇਹਨੂੰ ਅਸੀਂ ਨਹੀਂ ਲਿਖਾਂਗੇ। सी ऑप्शन है ਇਹਦਾ ਬੇਟਾ आंसर। नैक्सट वन चो की कह रहे काओ बारे पैराग्राफ लिख रहे हो,
ਤੇ ਉਹਦੇ 'ਚ ਕਿਹੜੀਆਂ ਇਨਕਲੂਡ ਕਰੋਗੇ। ਹੁਣ ਇੱਥੇ ਨਾਟ ਨਹੀਂ ਪੁੱਛਿਆ, ਇਹਨਾਂ ਨੇ ਪੁੱਛਿਆ ਕਿਹੜੀ ਲਿਖੋਗੇ, ਹੈ ਨਾ। ਸੋ ਕਾਓ ਮੂਜ਼, ਕਾਓ ਗਿਵ ਅਸ ਮਿਲਕ, ਕਾਓ ਇਜ਼ ਡੇਂਜਰਸ ਐਨੀਮਲ, ਪਹਿਲੀ ਵੀ ਲਿਖਾਂਗੇ ਕਾਓ ਮੂਵ ਕਰਦੀ ਹੈ ਨਾ, ਕਾਓ ਦੁੱਧ ਦਿੰਦੀ ਹੈ, ਇਹ ਵੀ ਠੀਕ ਆ। ਡੇਂਜਰਸ ਐਨੀਮਲ ਤਾਂ ਨਹੀਂ ਨਾ ਹੈਗੀ, ਸੋ ਪਹਿਲੀਆਂ ਦੋਨੇ ਲਿਖਾਂਗੇ ਤਾਂ ਅਸੀਂ ਆਪਸ਼ਨ ਚੂਜ਼ ਕਰਾਂਗੇ ਡੀ ਬੋਥ ਏ ਐਂਡ ਬੀ। 38th you have to write a letter to your uncle thanking him for the beautiful gift that he has sent to you। ਤੁਹਾਡੇ ਅੰਕਲ ਨੇ ਤੁਹਾਨੂੰ ਤੁਹਾਡੇ ਬਰਥਡੇ 'ਤੇ ਬਹੁਤ ਸੋਹਣਾ ਗਿਫਟ ਭੇਜਿਆ ਗਾ, ਉਹਨਾਂ ਦਾ ਧੰਨਵਾਦ ਕਰਨਾ। ਇਹ ਵਾਲੀ ਲੈਟਰ ਦੀ ਗੱਲ ਹੋ ਰਹੀ ਆ। ਹੂਜ਼ ਐਡਰੈਸ ਵਿਲ ਬੀ ਰਿਟਨ ਇਨ ਦਾ ਬਿਗਨਿੰਗ। ਜਦੋਂ ਅਸੀਂ ਲੈਟਰ ਨੂੰ ਸਟਾਰਟ ਕਰਦੇ ਹਾਂ ਬੇਟਾ, ਅਸੀਂ ਕਿਹਦਾ ਐਡਰੈਸ ਲਿਖਦੇ ਹਾਂ? ਸਾਰਿਆਂ ਨਾਲੋਂ ਪਹਿਲਾਂ ਜਿਹੜਾ ਲੈਟਰ ਲਿਖ ਰਿਹਾ ਉਹਦਾ ਐਡਰੈਸ ਲਿਖਦੇ ਹਾਂ। ਸੋ ਫਿਰ ਯੂਅਰ ਐਡਰੈਸ, ਤੁਸੀਂ ਲੈਟਰ ਲਿਖ ਰਹੇ ਹੋ, ਤੁਹਾਡਾ ਹੀ ਐਡਰੈਸ ਲਿਖਿਆ ਜਾਣਾ ਹੈ ਨਾ। ਸੋ ਇਹਦਾ ਆਪਸ਼ਨ ਏ ਚੂਜ਼ ਕਰਾਂਗੇ। ਅਗਲਾ ਕੁਐਸਚਨ ਆ ਦਾ ਸਬਸਕ੍ਰਿਪਸ਼ਨ ਇਨ ਆ ਪਰਸਨਲ ਲੈਟਰ ਇਨਕਲੂਡ। ਜਦੋਂ ਅਸੀਂ ਇੱਦਾਂ ਦੇ ਪਰਸਨਲ ਲੈਟਰਸ ਲਿਖਦੇ ਹਾਂ ਤਾਂ ਉਹਦੇ ਐਂਡ 'ਤੇ ਕਿਹਦਾ ਨਾਮ ਲਿਖਦੇ ਹਾਂ? ਅਸੀਂ ਕੀ ਲਿਖਦੇ ਹਾਂ? ਰਿਸੀਵਰ ਦਾ ਨਾਮ ਲਿਖਦੇ ਹਾਂ, ਅੰਕਲ ਦਾ ਨਾਮ ਲਿਖਾਂਗੇ ਤੇ ਨੋ, ਡੇਟ ਪਾਵਾਂਗੇ ਨੋ, ਕੰਟੈਂਟ ਵੀ ਨਹੀਂ ਲਿਖਾਂਗੇ, ਅਸੀਂ ਆਪਦਾ ਨਾਮ ਲਿਖਦੇ ਹੁੰਦੇ ਐਂਡ 'ਤੇ, ਤੁਹਾਡਾ ਪਿਆਰਾ ਅਮਨ, ਹੈ ਨਾ। ਸੋ ਫਿਰ ਰਾਈਟਰਸ ਨੇਮ ਚੂਜ਼ ਕਰਾਂਗੇ ਇਹਦੇ 'ਚੋਂ ਅਸੀਂ ਬੀ ਆਪਸ਼ਨ। ਲਓ ਜੀ ਲਾਸਟ ਕੁਐਸਚਨ ਨੂੰ ਆ ਗਏ। ਯੂ ਹੈਵ ਟੂ ਰਾਈਟ ਅ ਲੈਟਰ ਟੂ ਯੂਅਰ ਫਰੈਂਡ ਟੂ ਇਨਵਾਈਟ ਹਿਮ ਔਰ ਹਰ ਔਨ ਦਾ ਬਰਥਡੇ ਪਾਰਟੀ। ਹੁਣ ਤੁਹਾਡੀ ਬਰਥਡੇ ਪਾਰਟੀ ਹੈ, ਤੁਸੀਂ ਉਹਦੇ ਲਈ ਆਪਣੇ ਫਰੈਂਡ ਨੂੰ ਇਨਵਾਈਟ ਕਰ ਰਹੇ ਹੋ। ਵਿਚ ਆਫ ਦਾ ਫੋਲੋਇੰਗ ਵੁੱਡ ਨਾਟ ਬੀ ਇਨਕਲੂਡਡ ਬਾਈ ਯੂ। ਕਿਹੜੀ ਲਾਈਨ ਤੁਹਾਡੇ ਦੁਆਰਾ ਸ਼ਾਮਲ ਨਹੀਂ ਕੀਤੀ ਜਾਊਗੀ ਲੈਟਰ ਦੇ ਵਿੱਚ? ਸੋ ਧਿਆਨ ਨਾਲ ਸਾਰੀਆਂ ਲਾਈਨਾਂ ਨੂੰ ਪੜ੍ਹੋ। ਟੂਮਾਰੋ ਇਜ਼ ਮਾਈ ਬਰਥਡੇ, ਕੱਲ੍ਹ ਮੇਰਾ ਜਨਮ ਦਿਨ ਆ, ਲਿਖਾਂਗੇ। ਯੂ ਆਰ ਕੋਰਡਲੀ ਇਨਵਾਈਟਡ, ਇਹ ਵੀ ਅਸੀਂ ਲਿਖਾਂਗੇ, ਤੈਨੂੰ ਬੜੇ ਪਿਆਰ ਨਾਲ ਸੱਦਾ ਦਿੱਤਾ ਜਾ ਰਿਹਾ। ਅਗਲੇ 'ਚ ਕਹਿੰਦੇ ਡੋਂਟ ਕਮ, ਸੱਦਣ ਲਈ ਤਾਂ ਆਪਾਂ ਲੈਟਰ ਲਿਖ ਰਹੇ ਹਾਂ, ਫਿਰ ਡੋਂਟ ਕਮ ਕਿਉਂ ਲਿਖਾਂਗੇ ਵੀ ਆਈ ਨਾ। ਸੋ ਇਹੀ ਸੀ ਆਪਸ਼ਨ ਇਹਦਾ ਆਨਸਰ ਹੈ ਬੇਟਾ। ਨਾਟ ਲਿਖਿਆ ਹੋਇਆ ਨਾ। ਵੀ ਵਿਲ ਹੈਵ ਫਨ, ਅਸੀਂ ਉੱਥੇ ਬਹੁਤ ਮਜ਼ੇ ਕਰਾਂਗੇ, ਇਹ ਵੀ ਲਿਖਾਂਗੇ ਅਸੀਂ। ਸੋ ਇਹ ਸੀ ਤੁਹਾਡਾ ਸਿੰਪਲ ਪੇਪਰ 2। ਇਹਨੂੰ ਸਾਰੇ ਨੂੰ ਬਹੁਤ ਧਿਆਨ ਨਾਲ ਬੇਟਾ ਕਰ ਲੈਣਾ ਤੁਸੀਂ, ਠੀਕ ਆ। ਸੋ ਹੁਣ ਮੈਂ ਕੱਲ੍ਹ ਤੁਹਾਨੂੰ ਇਹਦਾ 3rd ਪੇਪਰ ਵੀ ਕਰਾ ਦਾਂਗੀ। 3 ਸਿੰਪਲ ਪੇਪਰ ਹੋ ਗਏ ਅਤੇ ਬਹੁਤ ਸਾਰਾ ਪੇਪਰ ਤੁਹਾਨੂੰ ਇਹਨਾਂ ਦੇ ਵਿੱਚੋਂ ਹੀ ਆ ਜਾਣਾ। ਸੋ ਇਹਨਾਂ ਨੂੰ ਧਿਆਨ ਨਾਲ ਕਰ ਲੈਣਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਇਹਨੂੰ ਸਾਂਝਾ ਕਰਨਾ ਤਾਂ ਕਿ ਉਹ ਵੀ ਇਹਦਾ ਫਾਇਦਾ ਉਠਾ ਸਕਣ। ਬਾਏ ਬਾਏ।